ਜਦੋਂ ਨਾਦਰ ਸ਼ਾਹ ਭਾਰਤ ਦੇ ਉੱਤੇ ਹਮਲੇ ਕਰਦਾ ਹੈ, ਲੁੱਟਮਾਰ ਕਰਦਾ ਹੈ, ਬਹੁਤ ਬੁਰੀ ਤਰ੍ਹਾਂ ਭਾਰਤੀਆਂ ਨੂੰ ਲਤਾੜਦਾ ਹੈ ਤੇ ਬੜੇ ਮਾਣ ਨਾਲ ਭਾਰਤ ਨੂੰ ਲੁੱਟ ਕੇ ਇੱਥੋਂ ਨਿਕਲਦਾ ਹੈ ਨਾ। ਕਰਨਾਲ ਤੋਂ ਲੈ ਕੇ ਲਾਹੌਰ ਤੱਕ ਸਿੰਘ ਜਿਹੜੇ ਆ ਛੋਟੇ ਛੋਟੇ ਜਥੇ ਬਣਾ ਕੇ ਆਉਂਦੇ ਆ ਤੇ ਉਹਨੂੰ ਲੁੱਟ ਕੇ ਲੈ ਜਾਂਦੇ ਆ। ਨਾਦਰ ਸ਼ਾਹ ਪੂਰੇ ਭਾਰਤ ਨੂੰ ਲੁੱਟ ਕੇ ਆ ਰਿਹਾ ਹੈ, ਲੁਟੇਰਾ ਹੈ ਤੇ ਸਿੰਘਾਂ ਨੇ ਉਸ ਲੁਟੇਰੇ ਨੂੰ ਵੀ ਲੁੱਟਿਆ। ਕਰਨਾਲ ਤੋਂ ਲੈ ਕੇ ਲਾਹੌਰ ਤੱਕ ਕਈ ਥਾਵਾਂ ਤੇ ਬਹੁਤ ਜ਼ਿਆਦਾ ਨੁਕਸਾਨ ਨਾਦਰ ਸ਼ਾਹ ਦਾ ਕੀਤਾ। ਗੁੱਸੇ ਦੇ ਵਿੱਚ ਪਾਗਲ ਹੋਇਆ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਕਿ ਇਹ ਕੌਣ ਲੋਕ ਨੇ, ਮੈਨੂੰ ਦੱਸ ਇਹਨਾਂ ਦਾ ਘਰ-ਬਾਰ ਕਿੱਥੇ ਹੈ, ਇਹਨਾਂ ਦਾ ਖੁਰਾ ਖੋਜ ਮਿਟਾ ਦਿਆਂਗਾ ਮੈਂ। ਜ਼ਕਰੀਆ ਖਾਨ ਜਵਾਬ ਦਿੰਦਾ ਹੈ ਨਾਦਰ ਸ਼ਾਹ ਨੂੰ, ਕਹਿੰਦਾ ਹਜੂਰ ਇਹਨਾਂ ਦਾ ਕੋਈ ਅਤਾ ਪਤਾ ਨਹੀਂ, ਇਹਨਾਂ ਦਾ ਕੋਈ ਘਰ ਨਹੀਂ, ਕੋਈ ਟਿਕਾਣਾ ਨਹੀਂ, ਘੋੜਿਆਂ ਦੀਆਂ ਕਾਠੀਆਂ ਤੇ ਹੀ ਸੌਂ ਜਾਂਦੇ ਐ, ਦਰਖਤਾਂ ਦੇ ਪੱਤੇ ਤੇ ਛਿੱਲੜ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਐ ਤੇ ਹਵਾ ਦੀ ਤਰ੍ਹਾਂ ਆਉਂਦੇ ਐ ਤੇ ਤੂਫਾਨ ਦੀ ਤਰ੍ਹਾਂ ਲੰਘ ਜਾਂਦੇ ਐ। ਨਾਦਰ ਸ਼ਾਹ ਕਹਿੰਦਾ ਹੈ ਵੀ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ, ਤੇਰੇ ਸਾਹਮਣੇ ਪੂਰੇ ਭਾਰਤ ਦੇ ਵਿੱਚ ਕੋਈ ਖੰਘ ਨਹੀਂ ਸਕਿਆ, ਕੋਈ ਖੜ ਨਹੀਂ ਸਕਿਆ। ਇਹ ਕਿਹੋ ਜਿਹੇ ਲੋਕ ਹੈ, ਕੌਣ ਇਹਨਾਂ ਦਾ ਗੁਰੂ ਹੈ ਜਿਹੜਾ ਇਹਨਾਂ ਨੂੰ ਇੰਨੀ ਤਾਕਤ ਬਖਸ਼ਦਾ ਹੈ ਕਿ ਇਹ ਮੇਰੇ ਨਾਲ ਮੱਥਾ ਲਾਉਂਦੇ ਹੈ। ਜ਼ਕਰੀਆ ਜਵਾਬ ਦਿੰਦਾ ਹੈ ਕਿ ਮੁਰਸ਼ਦ ਇਨਕਾ ਬਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਜ਼ਕਰੀਆ ਕਹਿੰਦਾ ਹੈ ਕਿ ਇਹਨਾਂ ਦਾ ਮੁਰਸ਼ਦ, ਇਹਨਾਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਹੋਇਆ ਹੈ ਤੇ ਇਹਨਾਂ ਨੂੰ ਅਜਿਹਾ ਅੰਮ੍ਰਿਤ ਛਕਾ ਕੇ ਗਿਆ ਹੈ, ਇਹ ਮਰਦੇ ਮਰਦੇ ਵੀ ਅੰਮ੍ਰਿਤ ਦੀਆਂ 2 ਘੁੱਟਾਂ ਪੀ ਲੈਣ। ਐਵੇਂ ਹੀ ਮਾੜ ਚੂਜੇ ਹੁੰਦੇ ਆ ਇਹ, ਜਦੋਂ ਅੰਮ੍ਰਿਤ ਛਕ ਲੈਂਦੇ ਐ ਮੌਤ ਨੂੰ ਵੀ ਅੱਖਾਂ ਕੱਢਦੇ ਐ। ਨਾਦਰ ਸ਼ਾਹ ਕਹਿੰਦਾ ਜ਼ਕਰੀਏ ਨੂੰ, ਕਹਿੰਦੇ ਵੀ ਇਹਨਾਂ ਨਾਲ ਮੀਟਿੰਗ ਫਿਕਸ ਕਰੋ, ਇਹਨਾਂ ਨਾਲ ਗੱਲ ਕਰੀਏ। ਜ਼ਕਰੀਆ ਕਹਿੰਦਾ ਜੀ ਇਹਨਾਂ ਦਾ ਅਤਾ ਪਤਾ ਹੀ ਕੋਈ ਹੈ ਨਹੀਂ, ਕਿੱਥੋਂ ਮੀਟਿੰਗ ਫਿਕਸ ਕਰੀਏ। ਕਹਿੰਦਾ ਹਾਂ ਇੱਕ ਗੱਲ ਹੋ ਸਕਦੀ ਹੈ, ਮੈਂ ਇਹਨਾਂ ਨਾਲ ਤੁਹਾਡੀ ਮੀਟਿੰਗ ਨਹੀਂ ਕਰਾ ਸਕਦਾ। ਉਹ ਕਹਿੰਦਾ ਆਪਾਂ ਕੁਝ ਭੰਡ ਬੁਲਾ ਲੈਨੇ ਆ, ਉਹ ਭੰਡ ਤੁਹਾਨੂੰ ਸਿੱਖਾਂ ਦੀ ਐਕਟਿੰਗ ਕਰਕੇ ਦਿਖਾਣਗੇ ਹੂਬਹੂ, ਇਹ ਕਿਵੇਂ ਤਿਆਰ ਹੁੰਦੇ ਨੇ, ਕੀ ਕਰਦੇ ਨੇ, ਕਿਵੇਂ ਅੰਮ੍ਰਿਤ ਛਕਦੇ ਨੇ, ਚਕਾਉਂਦੇ ਨੇ, ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ। ਨਾਦਰ ਸ਼ਾਹ ਕਹਿੰਦਾ ਵੀ ਠੀਕ ਹੈ, ਬੁਲਾਓ ਭੰਡਾਂ ਨੂੰ। ਭੰਡਾਂ ਨੂੰ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਬਾਦਸ਼ਾਹ ਹਜੂਰ ਨਾਦਰ ਸ਼ਾਹ ਨੂੰ ਜਿਹੜਾ ਸਿੱਖਾਂ ਦੀ ਐਕਟਿੰਗ ਕਰਕੇ ਉਹਨਾਂ ਦੀ ਨਕਲ ਕਰਕੇ ਦਿਖਾਣੀ ਹੈ ਕਿ ਉਹ ਕਿਵੇਂ ਰਹਿੰਦੇ ਆ, ਕੀ ਕਰਦੇ ਆ, ਕੀ ਖਾਂਦੇ ਆ, ਉਹਨਾਂ ਦਾ ਸਾਰਾ ਕਾਰ ਵਿਹਾਰ ਤੁਸੀਂ ਉਹਨਾਂ ਨੂੰ ਕਰਕੇ ਦਿਖਾਣਾ ਹੈ। ਹੁਣ ਭੰਡਾਂ ਨੂੰ ਸਾਰਾ ਕੁਝ ਪਤਾ ਹੀ ਹੁੰਦਾ ਹੈ, ਭੰਡ ਸਮਾਜ ਦੇ ਵਿੱਚ ਰਹੇ ਹੁੰਦੇ ਆ, ਸਿੱਖਾਂ ਦੇ ਵਿੱਚ ਵੀ ਰਹੇ ਆ, ਉਹਨਾਂ ਨੂੰ ਸਾਰੇ ਕਾਰਜ ਵਿਹਾਰ ਦਾ ਪਤਾ ਸੀ। ਉਹ ਕਹਿੰਦੇ ਆ ਕਿ ਠੀਕ ਹੈ ਅਸੀਂ ਸਾਰਾ ਕੁਝ ਕਰਕੇ ਦਿਖਾਵਾਂਗੇ, ਕਹਿੰਦੇ ਸਾਨੂੰ 1-2 ਚੀਜ਼ਾਂ ਦੀ ਜ਼ਰੂਰਤ ਹੈ, ਉਹ ਪੂਰੀਆਂ ਕਰ ਦਿਓ। ਨਾਦਰ ਸ਼ਾਹ ਕਹਿੰਦਾ ਵੀ ਜੋ ਕਹੋਗੇ ਸੋ ਮਿਲੇਗਾ, ਤੁਸੀਂ ਕਰਕੇ ਦਿਖਾਓ ਵੀ ਉਹ ਕਰਦੇ ਕੀ ਹੈ। ਭੰਡ ਕਹਿੰਦੇ ਆ ਕਿ ਇੱਕ ਤੇ ਸਾਨੂੰ ਖੁੱਲਾ ਪੰਡਾਲ ਚਾਹੀਦਾ ਹੈ, ਤੁਸੀਂ ਆਪਣਾ ਉੱਚੀ ਥਾਂ ਤੇ ਬਹਿ ਜਿਓ ਜਿੱਥੋਂ ਤੁਹਾਨੂੰ ਦਿਸਦਾ ਰਹੇ, ਸਾਨੂੰ ਇੱਕ ਪੰਡਾਲ ਖੁੱਲਾ ਦੇ ਦਿਓ। ਨਾਦਰ ਕਹਿੰਦਾ ਹੈ ਵੀ ਠੀਕ ਹੈ, ਹੋਰ ਦੱਸੋ। ਭੰਡ ਕਹਿੰਦੇ ਆ ਵੀ ਇੱਕ ਤੁਹਾਡੇ ਤਿਆਰ 10-15 ਸਿਪਾਹੀ ਸਾਨੂੰ ਚਾਹੀਦੇ ਆ ਜਿਹੜੇ ਤੁਹਾਡੇ ਬੈਸਟ ਹੋਣ, ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵਧੀਆ ਤਕੜੇ ਸਿਪਾਹੀ ਮੰਨਦੇ ਹੋ। ਨਾਦਰ ਕਹਿੰਦਾ ਵੀ ਦਿੱਤੇ, ਹੋਰ ਦੱਸੋ। ਕਹਿੰਦਾ ਜੀ ਬਸ ਠੀਕ ਹੈ, ਸਵੇਰ ਤੱਕ ਇਹ ਇੰਤਜ਼ਾਮ ਕਰ ਦਿਓ, ਆਪਾਂ ਸਵੇਰੇ ਨਾਟਕ ਸ਼ੁਰੂ ਕਰਦੇ ਹਾਂ। ਸਵੇਰ ਹੋ ਜਾਂਦੀ ਹੈ, ਪੰਡਾਲ ਲੱਗ ਜਾਂਦਾ ਹੈ। ਭੰਡਾਂ ਦੇ ਐਕਟਿੰਗ ਕਰਨ ਵਾਸਤੇ, ਨਕਲ ਕਰਨ ਵਾਸਤੇ ਇੱਕ ਥਾਂ ਅਲੱਗ ਤੋਂ ਕੱਪੜਾ ਵਿਛਾ ਦਿੱਤਾ ਜਾਂਦਾ ਹੈ। ਉੱਚੀ ਥਾਂ ਤੇ ਆਸਣ ਲਾ ਕੇ, ਗੱਦੀ ਲਾ ਕੇ ਨਾਦਰ ਸ਼ਾਹ ਬਹਿ ਜਾਂਦਾ ਹੈ। ਇੱਕ ਭੰਡ ਨਾਦਰ ਸ਼ਾਹ ਦੇ ਨੇੜੇ ਖੜ ਜਾਂਦਾ ਹੈ ਤਾਂ ਕਿ ਉਹ ਦੱਸਦਾ ਰਹੇ ਕਿ ਪੰਡਾਲ ਦੇ ਵਿੱਚ ਇਹ ਕਰ ਕੀ ਰਹੇ ਹੈ। ਬਾਕੀ ਦੇ ਭੰਡ ਇੱਕ ਪੀੜਾ ਸਾਹਿਬ ਤਿਆਰ ਕਰਦੇ ਆ, ਜਿਵੇਂ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੀੜਾ ਸਾਹਿਬ ਤਿਆਰ ਕਰਦੇ ਆ, ਇਹ ਨਕਲ ਕਰ ਰਹੇ ਆ। ਇੱਕ ਕਿਤਾਬ ਰੱਖਦੇ ਆ, ਉਹਦੇ ਵਿੱਚ ਉਹਨੂੰ ਵਧੀਆ ਰੇਸ਼ਮੀ ਕੱਪੜੇ ਨਾਲ ਢੱਕਦੇ ਆ। ਨਾਦਰ ਸ਼ਾਹ ਨੇੜੇ ਖੜੇ ਭੰਡ ਨੂੰ ਪੁੱਛਦਾ ਵੀ ਇਹ ਕੀ ਕਰਦੇ ਆ। ਉਹ ਦੱਸਦਾ ਹੈ ਕਿ ਜੀ ਇਹ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ, ਜਿਵੇਂ ਆਪਣਾ ਕੁਰਾਨ ਸ਼ਰੀਫ ਹੁੰਦਾ ਹੈ, ਕਹਿੰਦਾ ਇਹਨੂੰ ਪੜ੍ਹਦੇ ਆ ਉਹ, ਇਹਦੇ ਵਿੱਚੋਂ ਕਲਮਾਂ ਪੜ੍ਹਦੇ ਆ। ਦੂਜੇ ਪਾਸੇ ਕੁਝ ਭੰਡ ਲੋਹੇ ਦਾ ਇੱਕ ਬੜਾ ਬਰਤਨ ਲੈ ਕੇ ਆਉਂਦੇ ਆ, ਉਹਦੇ ਵਿੱਚ ਪਾਣੀ ਪਾ ਲਿਆ ਜਾਂਦਾ ਹੈ, ਫਿਰ ਉਹਦੇ ਵਿੱਚ ਕੁਝ ਪਤਾਸੇ ਘੋਲ ਲੈਂਦੇ ਆ, ਫਿਰ ਉਹਨੂੰ ਖੰਡਾ ਫੇਰ ਕੇ ਹਿਲਾਉਂਦੇ ਆ, ਘੁਮਾਉਂਦੇ ਆ ਉਹਦੇ ਵਿੱਚ ਖੰਡਾ। ਨਾਦਰ ਫੇਰ ਪੁੱਛਦਾ ਨੇੜੇ ਖੜੇ ਭੰਡ ਨੂੰ ਵੀ ਇਹ ਕੀ ਕਰਦੇ ਆ। ਹੁਣ ਉਹ ਦੱਸਦਾ ਹੈ ਕਿ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਜਿਹੜਾ ਆਬੇ ਹਯਾਤ ਦਿੱਤਾ, ਜਿਹਨੂੰ ਇਹ ਅੰਮ੍ਰਿਤ ਕਹਿੰਦੇ ਆ, ਉਹ ਤਿਆਰ ਕਰ ਰਹੇ ਆ। ਨਾਦਰ ਪੁੱਛਦਾ ਹੈ ਵੀ ਮੂੰਹ ਦੇ ਵਿੱਚੋਂ ਕੀ ਬੋਲੀ ਜਾਂਦੇ ਆ। ਭੰਡ ਦੱਸਦਾ ਨੇੜੇ ਖੜਾ, ਕਹਿੰਦਾ ਜੀ ਇਹ ਕਲਮਾ ਪੜ੍ਹਦੇ ਆ, ਆਪਣੇ ਗੁਰੂ ਦੀ ਬਾਣੀ ਗਾਉਂਦੇ ਆ। ਫਿਰ ਪੰਡਾਲ ਵਿਚਲੇ ਭੰਡ ਜਿਹੜੇ ਆ ਦੂਜੇ ਭੰਡਾਂ ਨੂੰ ਅੰਮ੍ਰਿਤ ਛਕਾਉਣ ਦੀ ਐਕਟਿੰਗ ਕਰਦੇ ਆ, ਉਹਨਾਂ ਨੂੰ ਕਹਿੰਦੇ ਆ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਮਰਿਆਦਾ ਦੱਸਦੇ ਆ, ਸਾਰਾ ਕਾਰਜ ਉਹਨਾਂ ਦੇ ਸਾਹਮਣੇ ਕਰਦੇ ਆ ਤੇ ਅੰਤ ਦੇ ਵਿੱਚ ਜਿਹੜੇ ਭੰਡ ਹੈ ਉਹ ਸਿੰਘ ਬਣੇ ਹੋਏ ਆ, ਉਹ ਜੈਕਾਰੇ ਲਾਉਂਦੇ ਆ ਉੱਚੀ ਉੱਚੀ। ਇਹ ਦੇਖ ਕੇ ਜ਼ਕਰੀਏ ਨੂੰ ਗੁੱਸਾ ਚੜੀ ਜਾਂਦਾ ਹੈ, ਕਿਉਂਕਿ ਜ਼ਕਰੀਆ ਤੇ ਪਹਿਲਾਂ ਤੋਂ ਹੀ ਜਾਣਦਾ ਹੈ ਸਾਰਾ ਕੁਝ। ਤੇ ਅੰਤ ਦੇ ਵਿੱਚ ਜਦੋਂ ਜੈਕਾਰਾ ਲੱਗਦਾ ਹੈ ਨਾ ਕਿ ਦਿੱਲੀ ਤਖਤ ਪਰ ਬਹੇਗੀ ਆਣ ਗੁਰੂ ਕੀ ਫੌਜ, ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ, ਇਹ ਗੱਲ ਜ਼ਕਰੀਏ ਤੋਂ ਸਹਿਣ ਨਹੀਂ ਹੁੰਦੀ। ਉਹ ਨੇੜੇ ਖੜੇ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਕਿ ਇਹਨਾਂ ਨੂੰ ਕਤਲ ਕਰ ਦਿਓ। ਇਧਰ ਹੁਣ ਭੰਡ ਜਿਹੜੇ ਆ ਉਹ ਤਿਆਰ ਖੜੇ ਆ, ਸਿੰਘਾਂ ਦੀ ਐਕਟਿੰਗ ਕਰ ਰਹੇ ਆ, ਅਸਤਰ ਸ਼ਸਤਰ ਉਹਨਾਂ ਨੇ ਸਜਾਏ ਹੋਏ ਆ। ਜਿਉਂ ਹੀ ਸਿਪਾਹੀ ਹਮਲਾ ਕਰਦੇ ਆ ਤਾਂ ਜਿਹੜੇ ਭੰਡ ਹੈ ਉਹ ਜਵਾਬੀ ਹਮਲਾ ਕਰਦੇ ਆ, ਜਵਾਬੀ ਟੱਕਰ ਦਿੰਦੇ ਆ।
ਤੇ ਇਹੋ ਜੀ ਜ਼ੋਰਦਾਰ ਟੱਕਰ ਦਿੰਦੇ ਆ 40-45 ਜਿਹੜੇ ਸਿਪਾਹੀ ਅਲੱਗ ਤੋਂ ਕੱਢ ਕੇ ਖੜਾਏ ਸੀ ਤਕੜੇ ਉਹ ਸਾਰਿਆਂ ਨੂੰ ਜ਼ਮੀਨ ਤੇ ਲਟਾ ਦਿੰਦੇ ਆ। ਨਾਦਰ ਸ਼ਾਹ ਇਹ ਦੇਖ ਕੇ ਆਪਣੇ ਤਖਤ ਤੋਂ ਖੜਾ ਹੋ ਜਾਂਦਾ ਹੈ ਤੇ ਸਾਰਾ ਕੰਮ ਰੋਕ ਦਿੰਦਾ ਹੈ, ਕਹਿੰਦਾ ਵੀ ਰੋਕ ਦਿਓ, ਇਹ ਸਾਰਾ ਕੁਝ ਬੰਦ ਕਰ ਦਿਓ। ਤੇ ਜ਼ਕਰੀਆ ਵੱਲ ਮੂੰਹ ਕਰਕੇ ਕਹਿੰਦਾ ਕਿ ਮੈਂ ਸਮਝ ਗਿਆ ਇਹ ਕੌਣ ਲੋਕ ਨੇ। ਕਹਿੰਦਾ ਇਹ ਭੰਡ ਐਕਟਿੰਗ ਕਰ ਰਹੇ ਆ, ਨਕਲ ਕਰ ਰਹੇ ਆ ਸਿੱਖਾਂ ਦੀ। ਉਹ ਜੇ ਇਹ ਨਕਲੀ ਇੰਨੇ ਤਾਕਤਵਰ ਹੋ ਸਕਦੇ ਆ, ਜੇ ਨਕਲੀ ਅੰਮ੍ਰਿਤ ਦੇ ਵਿੱਚ ਇੰਨੀ ਤਾਕਤ ਹੈ, ਅਸਲੀ ਅੰਮ੍ਰਿਤ ਕਿਹੋ ਜਿਹਾ ਹੋਏਗਾ? ਅਸਲੀ ਸਿੰਘ ਕਿਵੇਂ ਦੇ ਹੋਣਗੇ ਜੇ ਉਹਨਾਂ ਦੀ ਨਕਲ ਇੰਨੀ ਜ਼ਬਰਦਸਤ ਹੈ? ਜੇ ਅਸਲ ਸਾਡੇ ਸਾਹਮਣੇ ਆ ਗਏ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਕਹਿੰਦਾ ਜ਼ਕਰੀਆ ਖਾਨ ਮੈਂ ਚੱਲਾਂ ਪੰਜਾਬ ਤੋਂ, ਹਿੰਦੁਸਤਾਨ ਤੋਂ, ਤੇ ਤੈਨੂੰ ਮੇਰੀ ਸਲਾਹ ਹੈ ਆਪਣਾ ਬੋਰੀਆ ਬਿਸਤਰਾ ਤੂੰ ਵੀ ਬੰਨ ਲੈ, ਇਹ ਕੌਮ ਇੱਕ ਦਿਨ ਰਾਜ ਕਰੇਗੀ। ਇਹ ਸਾਰਾ ਬਿਰਤਾਂਤ ਨਾ ਗੁਰਮੁਖੋ ਇਤਿਹਾਸ